ਸਤਿ ਸ਼੍ਰੀ ਅਕਾਲ ਜੀ। ਮੈਂ ਰਾਜਵਿੰਦਰ ਕੌਰ ਦਲੀਪ ਕੌਰ ਟਿਵਾਣਾ ਜੀ ਦੁਆਰਾ ਲਿਖਿਆ ਨਾਵਲ ਮਾਤਾ ਧਰਤ ਮਹਤ ਲੈ ਕੇ ਹਾਜ਼ਰ ਹੋਈ ਹਾਂ ਜੀ। ਭਾਗ ਤੀਜਾ। ਸਾਉਣ ਦੇ ਮਹੀਨੇ ਵਿੱਚ ਭਾਈ ਕੁੜੀਆਂ ਨੂੰ ਸਹੁਰਿਆਂ ਤੋਂ ਪੇਕੇ ਲੈ ਆਉਂਦੇ ਸਨ। ਤੀਆਂ ਦੇ ਤਿਉਹਾਰ ਕਰਕੇ ਪਰ ਤੀਆਂ ਘੱਟ ਵੱਧ ਹੀ ਲੱਗਦੀਆਂ ਸਨ, ਕਿਉਂਕਿ ਮੁਸਲਮਾਨ ਹਾਕਮ ਕੁੜੀਆਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਸਨ। ਅੱਜ ਵੀ ਸਾਉਣ ਦਾ ਮਹੀਨਾ ਸੀ, ਬੱਦਲਵਾਈ ਦਾ ਦਿਨ। ਬਿਸ਼ਨ ਦੇਈ ਨੇ ਖੀਰ ਰਿੰਨੀ ਤੇ ਪੂੜੇ ਪਕਾਉਣ ਲੱਗੀ। ਇੰਨੇ ਨੂੰ ਨਿੱਕੀਆਂ ਨਿੱਕੀਆਂ ਤੇ ਵੱਡੀਆਂ ਕੁੜੀਆਂ ਆ ਕੇ ਗੁਜਰੀ ਨੂੰ ਤੀਆਂ ਵਿੱਚ ਚੱਲਣ ਲਈ ਆਖਣ ਲੱਗੀਆਂ। ਬਿਸ਼ਨ ਦੇਈ ਬੋਲੀ ਕਿ ਨਾ ਬਾਹਰ ਨਹੀਂ ਜਾਣਾ, ਜ਼ਮਾਨਾ ਮਾੜਾ ਹੈ। ਆਪਣਾ ਵਿਹੜਾ ਬਥੇਰਾ ਖੁੱਲ੍ਹਾ ਹੈ, ਇੱਥੇ ਨੱਚ ਟੱਪ ਲਓ, ਨਾਲੇ ਮੈਂ ਹੁਣੇ ਤੁਹਾਨੂੰ ਗੁਲਗੁਲੇ ਪਕਾ ਕੇ ਦਿਉਂ। ਕੁੜੀਆਂ ਜਕੋ ਤਕੀ ਵਿੱਚ ਉਹਨਾਂ ਦੇ ਵਿਹੜੇ ਵਿੱਚ ਹੀ ਬੋਲੀਆਂ ਪਾਉਣ ਲੱਗੀਆਂ। ਸਾਉਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ। ਕੋਠੇ ਕੋਠੇ ਆ ਜਾ ਵੀਰ ਨਾ, ਤੈਨੂੰ ਸੱਸ ਚੰਦਰੀ ਦੇ ਰੁਦਨ ਸੁਣਾਵਾਂ। ਬਾਪੂ ਨਿੰਮ ਦਾ ਕਢਾ ਦੇ ਘੋਟਣਾ, ਸੱਸ ਕੁੱਟਣੀ ਸੰਦੂਕਾਂ ਓਲੇ। ਕੁੜੀਆਂ ਅਜੇ ਬੋਲੀਆਂ ਪਾ ਹੀ ਰਹੀਆਂ ਸਨ ਕਿ ਇੰਨੇ ਨੂੰ ਲਾਲ ਚੰਦ ਬਾਹਰੋਂ ਆ ਗਿਆ। ਕੁੜੀਆਂ ਚੁੱਪ ਕਰ ਗਈਆਂ। ਬਿਸ਼ਨ ਦੇਈ ਨੇ ਪੂੜਿਆਂ ਤੇ ਗੁਲਗੁਲਿਆਂ ਵਾਲੀ ਥਾਲੀ ਕੁੜੀਆਂ ਮੂਹਰੇ ਕਰ ਦਿੱਤੀ। ਇੱਕ ਇੱਕ ਪੂੜਾ ਤੇ ਗੁਲਗੁਲਾ ਹੱਥ ਵਿੱਚ ਫੜੀ ਉਹ ਹੱਸਦੀਆਂ ਟੱਪਦੀਆਂ ਉਹਨਾਂ ਦੇ ਘਰੋਂ ਚਲੀਆਂ ਗਈਆਂ। ਫਿਰ ਇੱਕ ਦਿਨ ਉਹਨਾਂ ਦੇ ਘਰ ਇੱਕ ਬੰਦਾ ਆਇਆ, ਜਿਹੜਾ ਲਾਲ ਚੰਦ ਕੋਲ ਬੈਠਾ ਗੱਲਾਂ ਕਰ ਰਿਹਾ ਸੀ। ਅਖੇ ਗੁਰੂ ਅਰਜਨ ਦੇਵ ਜੀ ਨੂੰ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਵੱਡੀ ਸਾਰੀ ਦੇਗ 'ਚ ਉਬਾਲਿਆ ਗਿਆ ਸੀ, ਕਿਉਂਕਿ ਜਹਾਂਗੀਰ ਦਾ ਬਾਗੀ ਪੁੱਤਰ ਖੁਸਰੋ ਗੁਰੂ ਤੋਂ ਆਸ਼ੀਰਵਾਦ ਲੈ ਕੇ ਗਿਆ ਸੀ। ਆਖਦੇ ਨੇ ਮੁਸਲਿਮ ਕਾਨੂੰਨ ਦੇ ਅਧੀਨ ਕਿਸੇ ਵੀ ਧਾਰਮਿਕ ਬੰਦੇ ਦਾ ਖੂਨ ਨਹੀਂ ਵਹਾਇਆ ਜਾ ਸਕਦਾ। ਇਸ ਲਈ ਗੁਰੂ ਅਰਜਨ ਦੇਵ ਜੀ ਨੂੰ ਜਿਉਂਦਿਆਂ ਭੁੰਨ ਕੇ ਮਾਰਿਆ ਸੀ। ਇਹ ਸਭ ਸੁਣ ਰਹੀ ਗੁਜਰੀ ਮਾਂ ਕੋਲ ਜਾ ਕੇ ਆਖਣ ਲੱਗੀ ਕਿ ਜੇ ਮੈਂ ਉੱਥੇ ਹੁੰਦੀ ਤਾਂ ਦਾਤੀ ਨਾਲ ਜਹਾਂਗੀਰ ਦਾ ਗਲ ਵੱਢ ਦਿੰਦੀ। ਉਸਦੀ ਮਾਂ ਨੇ ਕਿਹਾ ਕਿ ਚੁੱਪ ਕਰ, ਹੌਲੀ ਹੌਲੀ ਬੋਲ, ਕੋਈ ਸੁਣ ਲਊਗਾ। ਇਹ ਜਿਹੜੇ ਮੁਗਲ ਰਾਜੇ ਨੇ ਬੜੇ ਪਾਪੀ ਨੇ। ਗੁਜਰੀ ਨੂੰ ਬੜੇ ਭਿਆਨਕ ਸੁਪਨੇ ਆਉਂਦੇ ਰਹੇ। ਉਸਨੂੰ ਦੇਗ ਵਿੱਚ ਉਬਲਦਾ ਗੁਰੂ ਦਿਸਦਾ ਰਿਹਾ। ਜਹਾਂਗੀਰ ਤੇ ਉਸਦੇ ਸਾਰੇ ਬੰਦੇ ਰਾਖਸ਼ਾਂ ਵਾਂਗ ਲੱਗੇ, ਵੱਡੀਆਂ ਵੱਡੀਆਂ ਦੇਹਾਂ ਵਾਲੇ, ਲਾਲ ਲਾਲ ਅੱਖਾਂ ਵਾਲੇ ਭਿਅੰਕਰ ਕਿਸਮ ਦੇ ਬੰਦੇ। ਕਈ ਵਾਰੀ ਧਰਵਕ ਕੇ ਉੱਠੀ। ਮਨ ਹੀ ਮਨ ਉਹ ਦਾਤੀ ਚੁੱਕ ਕੇ ਜਹਾਂਗੀਰ ਦਾ ਗਲ ਵੱਢਣ ਗਈ, ਪਰ ਧਰਵਕ ਕੇ ਜਾਗ ਪਈ। ਅਗਲੇ ਦਿਨ ਰੋਟੀ ਖਾਣ ਵੇਲੇ ਮਾਂ ਨੂੰ ਪੁੱਛਿਆ ਕਿ ਮਾਂ, ਜੇ ਰੱਬ ਸਭ ਕੁਝ ਦੇਖਦਾ ਰਹਿੰਦਾ ਹੈ ਤਾਂ ਫਿਰ ਉਸਨੇ ਵੀ ਤਾਂ ਗੁਰੂ ਨੂੰ ਵੱਡੇ ਸਾਰੇ ਦੇਗਚੇ ਵਿੱਚ ਉਬਲਦਾ ਦੇਖਿਆ ਹੋਵੇਗਾ। ਜੇ ਫਿਰ ਉਸਨੇ ਜਾ ਕੇ ਜਹਾਂਗੀਰ ਦਾ ਗਲ ਕਿਉਂ ਨਾ ਵੱਢਿਆ? ਮਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ, ਪਰ ਉਹ ਬੋਲੀ ਕਿ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ। ਵਕਤ ਆਉਣ 'ਤੇ ਰੱਬ ਨੇ ਇਹਨਾਂ ਮੁਗਲਾਂ ਦੀਆਂ ਜੜ੍ਹਾਂ ਹੀ ਉਖੇੜ ਦੇਣੀਆਂ ਨੇ। ਕਈ ਵਾਰੀ ਗੁਆਂਢੀਆਂ ਦੀ ਨਿੱਕੀ ਜਿਹੀ ਕੁੜੀ ਸੈਰਾ ਉਸ ਨਾਲ ਖੇਡਣ ਆ ਜਾਂਦੀ, ਪਰ ਉਹਨਾਂ ਦੇ ਘਰ ਦਾ ਕੁਛ ਖਾਂਦੀ ਪੀਂਦੀ ਨਹੀਂ ਸੀ। ਉਹ ਆਖਦੀ ਸੀ ਕਿ ਅਸੀਂ ਤਾਂ ਮੁਸਲਮਾਨ ਹੁੰਦੇ ਹਾਂ, ਪਰ ਗੁਜਰੀ ਉਹਨਾਂ ਦੇ ਘਰ ਜਾ ਕੇ ਖਾ ਪੀ ਲੈਂਦੀ ਸੀ ਤੇ ਆਖਦੀ ਸੀ ਕਿ ਮੁਸਲਮਾਨ ਹੋ ਤਾਂ ਕੀ ਹੈ, ਤੁਹਾਡੇ ਦਾਣੇ ਸਾਡੇ ਦਾਣਿਆਂ ਵਰਗੇ ਨੇ, ਸਾਡੇ ਲੱਡੂ ਵੀ ਤੁਹਾਡੇ ਲੱਡੂਆਂ ਵਰਗੇ ਨੇ, ਤੂੰ ਵੀ ਤਾਂ ਮੇਰੇ ਵਰਗੀ ਹੈ, ਤੁਹਾਨੂੰ ਵੀ ਤਾਂ ਉਸੇ ਰੱਬ ਨੇ ਬਣਾਇਆ ਹੈ ਜਿਸ ਨੇ ਸਾਨੂੰ ਬਣਾਇਆ। ਸੈਰਾ ਨੇ ਕਿਹਾ ਕਿ ਨਹੀਂ, ਸਾਨੂੰ ਤਾਂ ਅੱਲਾ ਨੇ ਬਣਾਇਆ ਹੈ। ਗੁਜਰੀ ਨੇ ਕਿਹਾ ਕਿ ਤੇਰੇ ਅੱਲਾ ਨੂੰ ਜਵਾਕ ਬਣਾਉਣੇ ਨਹੀਂ ਆਉਂਦੇ, ਤਾਂਹੀਓ ਤੈਨੂੰ ਅੱਲਾ ਨੇ ਕਾਲੀ ਬਣਾਇਆ ਹੈ। ਇਹ ਸੁਣ ਕੇ ਸਾਰੇ ਹੱਸ ਪਏ। ਫਿਰ ਗੁਜਰੀ ਨੇ ਉਸਦੇ ਅੱਬਾ ਨੂੰ ਕਿਹਾ ਕਿ ਚਾਚਾ, ਹੁਣ ਤਾਂ ਮੈਨੂੰ ਪੋਥੀ ਵੀ ਪੜ੍ਹਨੀ ਆ ਗਈ ਹੈ। ਮੈਂ ਸੈਰਾ ਨੂੰ ਆਖਿਆ ਸੀ ਕਿ ਮੈਨੂੰ ਨਮਾਜ਼ ਪੜ੍ਹਨੀ ਵੀ ਸਿਖਾ ਦੇ। ਗੁਜਰੀ ਉਸਦੀ ਮਾਂ ਨੇ ਦਰਵਾਜ਼ੇ ਵਿੱਚੋਂ ਹਾਕ ਮਾਰੀ। ਆਪਣੀ ਮਿੱਟੀ ਦੀ ਗੁਜਰੀ ਜੋ ਸੈਰਾ ਨੂੰ ਦਿਖਾਉਣ ਲਈ ਉਹ ਲਿਆਈ ਸੀ, ਉਸਨੂੰ ਆਪਣੀ ਚੁੰਨੀ ਨਾਲ ਢੱਕਦੀ ਹੋਈ ਘਰ ਵੱਲ ਲੈ ਕੇ ਦੌੜ ਗਈ। ਇੱਕ ਦਿਨ ਲਾਲ ਚੰਦ ਨੂੰ ਖਿਆਲ ਆਇਆ ਕਿ ਕਹਿੰਦੇ ਨੇ ਕੁਆਰੀ ਕੰਨਿਆ ਦਾ ਗੰਗਾ ਇਸ਼ਨਾਨ ਕਰਾ ਦੇਣ ਨਾਲ ਬੜਾ ਪੁੰਨ ਲੱਗਦਾ। ਉਸਨੇ ਬਿਸ਼ਨ ਦੇਈ ਨਾਲ ਸਲਾਹ ਕੀਤੀ। ਇੱਕ ਡੱਬੇ ਵਿੱਚ ਪੰਜੀਰੀ ਪਾ ਕੇ ਭੁੰਨੇ ਹੋਏ ਛੋਲੇ ਲੈ ਕੇ ਅਤੇ ਇੱਕ ਇੱਕ ਜੋੜਾ ਲੀੜਿਆਂ ਦਾ ਝੋਲੇ ਵਿੱਚ ਪਾ ਕੇ ਉਹ ਗੰਗਾ ਇਸ਼ਨਾਨ ਕਰਨ ਲਈ ਤਿਆਰ ਹੋ ਗਏ। ਇੱਕ ਦੋ ਗੁਆਂਢੀ ਵੀ ਤਿਆਰ ਹੋ ਗਏ। ਗੁਆਂਢੀਆਂ ਨੇ ਆਪਣਾ ਗੱਡਾ ਜੋੜ ਲਿਆ, ਪਾਣੀ ਦੀ ਝੱਕਰੀ ਭਰ ਕੇ ਰੱਖ ਲਈ, 2-3 ਡੰਗ ਦੀਆਂ ਰੋਟੀਆਂ ਬਣਾ ਕੇ ਅਚਾਰ ਨਾਲ ਪੌਣੇ ਵਿੱਚ ਬੰਨ੍ਹ ਲਈਆਂ। ਥਾਂ ਪੜਾਅ ਕਰਦੇ, ਕਈ ਪਿੰਡਾਂ ਵਿੱਚ ਧਰਮਸ਼ਾਲਾਵਾਂ ਵਿੱਚ ਰੁਕ ਕੇ ਆਖਰ ਨੂੰ ਉਹ ਹਰਿਦੁਆਰ ਪਹੁੰਚ ਗਏ। ਪਾਂਡੇ ਪਿੰਡ ਦਾ ਗੋਤ ਪੁੱਛਦੇ ਆਲੇ ਦੁਆਲੇ ਭੌਂਦੇ ਰਹੇ। ਲਾਲ ਚੰਦ ਨੇ ਦੱਸਿਆ ਕਿ ਅਸੀਂ ਨਾ ਕਿਸੇ ਦੇ ਫੁੱਲ ਪਾਉਣ ਆਏ ਹਾਂ, ਨਾ ਕਿਸੇ ਦੀ ਗੱਤ ਕਰਾਉਣ ਆਏ ਹਾਂ, ਅਸੀਂ ਤਾਂ ਕੰਨਿਆ ਨੂੰ ਗੰਗਾ ਇਸ਼ਨਾਨ ਕਰਵਾਉਣ ਆਏ ਹਾਂ।
ਫਿਰ ਵੀ ਪਾਂਡੇ ਕੁਝ ਨਾ ਕੁਝ ਦਾਨ ਕਰਨ ਲਈ ਕਹਿੰਦੇ ਰਹੇ। ਅਖੀਰ ਉਹਨਾਂ ਨੇ ਇੱਕ ਨਾਰੀਅਲ, ਕੁਝ ਟਕੇ, ਖਿੱਲਾਂ ਤੇ ਸਵਾ ਗਜ ਕੱਪੜਾ ਲੈ ਕੇ ਆਪਣੇ ਕੁਲ ਪੁਰੋਹਿਤ ਤੋਂ ਖਹਿੜਾ ਛੁਡਾਇਆ। ਬਿਸਨਦੇਈ ਨੇ 6 ਕੁ ਵਰ੍ਹਿਆਂ ਦੀ ਗੁਜਰੀ ਨੂੰ ਆਖਿਆ ਕਿ ਤੂੰ ਮੇਰਾ ਹੱਥ ਫੜ ਕੇ ਘਾਟ ਉੱਪਰ ਸਣੇ ਲੀੜਿਆਂ ਤੇ ਡੁਬਕੀ ਲਾ ਲੈ। ਇਹ ਲਾ ਕੇ ਦੂਜੇ ਪਾ ਲਈ, ਇਹ ਮੈਂ ਨਿਚੋੜ ਕੇ ਸੁੱਕਣੇ ਪਾ ਦਿਆਂਗੀ, ਪਰ ਮੇਰਾ ਹੱਥ ਘੁੱਟ ਕੇ ਫੜੀ, ਨਹੀਂ ਤਾਂ ਵਿੱਚੇ ਰੁੜ ਜਾਏਂਗੀ। ਭਾਰੇ ਖੁੱਲ੍ਹੇ ਵਾਲਾਂ ਨਾਲ ਡੁਬਕੀ ਲਾ ਕੇ ਮਾਂ ਦਾ ਹੱਥ ਫੜੀ ਜਦੋਂ ਬਾਹਰ ਨਿਕਲੀ ਤਾਂ ਉਸਦੇ ਚਿਹਰੇ 'ਤੇ ਸੂਰਜ ਪੈ ਰਿਹਾ ਸੀ। ਵਾਲਾਂ ਵਿੱਚੋਂ ਪਾਣੀ ਚੋ ਰਿਹਾ ਸੀ। ਕੱਪੜੇ ਵੀ ਗਿੱਲੇ ਸਨ ਤੇ ਉਸਨੂੰ ਥੋੜ੍ਹੀ ਥੋੜ੍ਹੀ ਠੰਡ ਲੱਗ ਰਹੀ ਸੀ। ਮਾਂ ਉਸਨੂੰ ਕੰਢੇ 'ਤੇ ਖੜੀ ਕਰਕੇ ਆਪ ਇਸ਼ਨਾਨ ਕਰਨ ਲੱਗੀ ਤਾਂ ਕਿ ਇੰਨੇ ਨੂੰ ਸਾਹਮਣਿਓਂ ਸਾਧੂਆਂ ਦੀ ਇੱਕ ਟੋਲੀ ਆ ਰਹੀ ਸੀ। ਮੂਹਰੇ ਲੰਮੀਆਂ ਜਟਾਂ, ਖੁੱਲ੍ਹੀ ਦਾੜ੍ਹੀ ਵਾਲਾ ਬਿਰਧ ਸਾਧੂ, ਸ਼ਾਇਦ ਉਹਨਾਂ ਦਾ ਗੁਰੂ ਸੀ। ਗੁਜਰੀ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਉਹ ਸਾਧ ਜਿਵੇਂ ਠਠੰਬਰ ਕੇ ਖੜੋ ਗਿਆ। ਉਸਦੇ ਮਗਰ ਵਾਲੇ ਵੀ ਖੜੋ ਗਏ। ਗੁਜਰੀ ਨੂੰ ਦੇਖ ਕੇ ਸਾਧੂ ਨੂੰ ਪ੍ਰਤੀਤ ਹੋਇਆ ਜਿਵੇਂ ਇਹ ਰਿਸ਼ੀ ਕੰਨਿਆ ਦੂਰ ਪਹਾੜਾਂ ਵਿੱਚੋਂ, ਜੰਗਲਾਂ ਵਿੱਚੋਂ ਇੱਥੇ ਇਸ਼ਨਾਨ ਕਰਨ ਆਈ ਹੈ। ਉਸਦੇ ਚਿਹਰੇ ਦੀ ਆਵਾ, ਉਸਦੀਆਂ ਅੱਖਾਂ ਦੀ ਚਮਕ ਦੈਵੀ ਪ੍ਰਭਾਵ ਵਾਲੀ ਸੀ। ਸਾਧੂ ਨੇ ਅਗਾਂਹ ਵਧ ਕੇ ਗੁਜਰੀ ਦੇ ਪੈਰ ਛੂਹੇ ਤੇ ਬੋਲਿਆ, ਨਮਸਕਾਰ ਮਾਂ। ਗੁਜਰੀ ਨੇ ਸਹਿ-ਸੁਭਾਅ ਹੀ ਦੋਵੇਂ ਹੱਥ ਜੋੜ ਦਿੱਤੇ ਤੇ ਮੌਨ ਖੜੀ ਰਹੀ। ਇਸੇ ਤਰ੍ਹਾਂ ਵਾਰੀ-ਵਾਰੀ ਬਾਕੀ ਸਾਧੂ ਪ੍ਰਣਾਮ ਕਰਦੇ ਰਹੇ ਤੇ ਗੁਜਰੀ ਉਸੀ ਮੁਦਰਾ 'ਚ ਖੜੀ ਰਹੀ। ਸਾਧੂਆਂ ਦੇ ਜਾਣ ਮਗਰੋਂ ਗੁਜਰੀ ਦੀ ਮਾਂ ਨੇ ਕੱਪੜੇ ਪਾ ਕੇ ਆਪਣੀ ਚੁੰਨੀ ਨਿਚੋੜਦਿਆਂ ਗੁਜਰੀ ਦੇ ਕੋਲ ਆ ਕੇ ਕਿਹਾ ਕਿ ਅਜੀਬ ਹੈ, ਮਹਾਤਮ ਲੋਕ ਤੇਰੇ ਪੈਰ ਛੂਹ ਰਹੇ ਹਨ। ਗੁਜਰੀ ਨੇ ਕੋਈ ਉੱਤਰ ਨਾ ਦਿੱਤਾ। ਇਹੀ ਗੱਲ ਗੁਜਰੀ ਦੀ ਮਾਂ ਨੇ ਲਾਲ ਚੰਦ ਨੂੰ ਦੱਸੀ। ਉਹ ਬੋਲਿਆ ਕਿ ਸਾਡੀ ਗੁਜਰੀ ਤਾਂ ਇੱਕ ਦੇਵੀ ਹੈ। ਮੈਂ ਫੇਰ ਆਖਦਾ ਹਾਂ ਕਿ ਇਸਦੇ ਚੰਗੇ ਲੀੜੇ ਨਾ ਪਾਇਆ ਕਰ। ਉੱਥੇ ਹੋਰ ਮੰਦਰਾਂ ਦੇ ਦਰਸ਼ਨ ਕਰਕੇ, ਆਰਤੀ ਉਤਾਰ ਕੇ, ਗੰਗਾ ਜਲ ਦੀਆਂ 2 ਕੁੱਪੀਆਂ ਭਰ ਕੇ, ਨਾਲ ਪ੍ਰਸ਼ਾਦ ਵਜੋਂ ਖਿੱਲਾਂ ਤੇ ਮਖਾਣੇ ਖਰੀਦ ਕੇ ਗੁਆਂਢੀਆਂ ਸਮੇਤ ਉਸੇ ਗੱਡੇ 'ਤੇ ਵਾਪਸੀ ਚਾਲੇ ਪਾ ਦਿੱਤੇ। ਰਾਹ ਵਿੱਚ ਗੁਜਰੀ ਜਦੋਂ ਥੱਕ ਜਾਂਦੀ, ਗੱਡੇ ਵਿੱਚ ਬੈਠ ਜਾਂਦੀ। ਕਈ ਵਾਰੀ ਇਹ ਸੋਚ ਕੇ ਵਿਚਾਰੇ ਬਲਦਾਂ ਨੂੰ ਖਿੱਚਣਾ ਕਿੰਨਾ ਔਖਾ ਹੁੰਦਾ ਹੋਊਗਾ, ਉਹ ਗੱਡੇ ਤੋਂ ਉਤਰ ਕੇ ਗੱਡੇ ਦੇ ਨਾਲ-ਨਾਲ ਤੁਰਨ ਲੱਗ ਪੈਂਦੀ। ਰਾਹ 'ਚ ਆਉਂਦਿਆਂ ਇੱਕ ਗੁਆਂਢਣ ਨੇ ਗੁਜਰੀ ਵੱਲ ਦੇਖ ਕੇ ਕਿਹਾ ਕਿ ਮੇਰਾ ਤਾਂ ਜੀਅ ਕਰਦਾ ਕਿ ਇਸ ਦਾ ਸਾਕ ਮੈਂ ਆਪਣੇ ਭਤੀਜੇ ਨੂੰ ਲੈ ਜਾਵਾਂ। ਬੜਾ ਤਕੜਾ ਘਰ ਹੈ, ਕੁੜੀ ਰਾਜ ਕਰੂਗੀ। ਇਸ ਤੋਂ ਪਹਿਲਾਂ ਕਿ ਬਿਸਨਦੇਈ ਕੋਈ ਜਵਾਬ ਦਿੰਦੀ, ਗੁਜਰੀ ਬੋਲੀ ਕਿ ਮੈਂ ਨਹੀਂ ਵਿਆਹ ਕਰਨਾ। ਸਮਾਂ ਲੰਘ ਰਿਹਾ ਸੀ। ਗੁਜਰੀ ਵੱਡੀ ਹੋ ਰਹੀ ਸੀ। ਉਸਦੀ ਮਾਂ ਉਸਦੇ ਵਿਆਹ ਦੀਆਂ ਚੀਜ਼ਾਂ ਬਣਾਉਣ ਲੱਗ ਗਈ ਸੀ। ਇੱਕ ਦਿਨ ਸ਼ੈਰਾ ਗੁਜਰੀ ਦੇ ਘਰ ਆਈ ਤੇ ਦੱਸਣ ਲੱਗੀ ਕਿ ਰਾਤੀਂ ਮੇਰੇ ਅੱਬਾ ਮੇਰੀ ਅੰਮੀ ਨੂੰ ਦੱਸ ਰਹੇ ਸੀ ਕਿ ਬਈ ਰਾਜੇ ਦੇ ਸਿਪਾਹੀ ਸਾਰੇ ਥਾਂ ਘੁੰਮਦੇ ਰਹਿੰਦੇ ਹਨ। ਜਿੱਥੇ ਉਹਨਾਂ ਨੂੰ ਕੋਈ ਸੋਹਣੀ ਕੁੜੀ ਦਿਖੇ ਚੁੱਕ ਕੇ ਲੈ ਜਾਂਦੇ ਹਨ। ਮੈਂ ਤਾਂ ਤੈਨੂੰ ਇਹ ਦੱਸਣ ਆਈ ਹਾਂ ਬਈ ਜੇ ਕਦੇ ਰਾਜੇ ਦਾ ਸਿਪਾਹੀ ਟੱਕਰ ਜਾਏ ਤਾਂ ਤੂੰ ਆਖੀਂ ਮੇਰਾ ਨਾਂ ਸ਼ੈਰਾ ਹੈ, ਮੇਰੇ ਅੱਬਾ ਦਾ ਨਾਂ ਬਦਰੂਦੀਨ ਹੈ ਤੇ ਤੂੰ ਛੇਤੀ ਦੇ ਕੇ ਸਾਡੇ ਘਰ ਆ ਜਾਈਂ, ਫਿਰ ਨਹੀਂ ਕੋਈ ਡਰ। ਗੁਜਰੀ ਨੇ ਹੈਰਾਨ ਹੋ ਕੇ ਪੁੱਛਿਆ ਕਿ ਰਾਜੇ ਦੇ ਸਿਪਾਹੀ ਕੁੜੀਆਂ ਨੂੰ ਚੁੱਕ ਕੇ ਕਿੱਥੇ ਲੈ ਜਾਂਦੇ ਨੇ? ਕੀ ਪਤਾ ਕਿੱਥੇ ਲੈ ਜਾਂਦੇ ਨੇ, ਸ਼ੈਰਾ ਨੇ ਪਲਟ ਕੇ ਕਿਹਾ। ਫਿਰ ਸੋਚ ਕੇ ਕਹਿਣ ਲੱਗੀ ਕਿ ਮਾਰ ਦਿੰਦੇ ਹੋਣਗੇ ਕਿ ਹੋਰ ਕੀ। ਮੇਰੇ ਅੱਬਾ ਇੱਕ ਦਿਨ ਦੱਸਦੇ ਸੀ ਕਿ ਉਹ ਕਾਫਰਾਂ ਨੂੰ ਮਾਰਨਾ ਪੁੰਨ ਸਮਝਦੇ ਨੇ। ਕਾਫਰ ਕੌਣ ਹੁੰਦੇ ਨੇ? ਗੁਜਰੀ ਭੋਲੇ ਭਾਵ ਪੁੱਛਣ ਲੱਗੀ। ਇਹ ਤਾਂ ਮੈਨੂੰ ਪਤਾ ਨਹੀਂ, ਸ਼ੈਰਾ ਕਹਿਣ ਲੱਗੀ। ਗੁਜਰੀ ਨੇ ਪੁੱਛਿਆ, ਉਹਨਾਂ ਨੂੰ ਫਿਰ ਪਾਪ ਨਹੀਂ ਲੱਗਦਾ ਹੋਵੇਗਾ? ਜੇ ਫਿਰ ਤਾਂ ਅੱਲਾ ਉਹਨਾਂ ਨੂੰ ਲਿਜਾ ਕੇ ਉਬਲਦੇ ਕੜਾਹੇ ਵਿੱਚ ਤਲਦਾ ਹੋਵੇਗਾ। ਜਿਵੇਂ ਅੰਬੋ ਦੱਸਦੀ ਹੁੰਦੀ ਸੀ ਕਿ ਬੰਦੇ ਨੂੰ ਦਰਖਤ ਨਾਲ ਪੁੱਠਾ ਟੰਗ ਕੇ ਹੇਠਾਂ ਅੱਗ ਬਾਲ ਕੇ ਉਸਦੇ ਸਿਰ 'ਚ ਗਲੀ ਕਰਕੇ ਉਸਦੀ ਮਮਿਆਈ ਕੱਢਦਾ ਹੋਵੇਗਾ। ਰਾਜਾ ਅਜਿਹੇ ਸਿਪਾਹੀਆਂ ਨੂੰ ਕੁਝ ਨਹੀਂ ਕਹਿੰਦਾ? ਗੁਜਰੀ ਨੇ ਪੁੱਛਿਆ। ਸ਼ੈਰਾ ਕਹਿਣ ਲੱਗੀ, ਕੀ ਪਤਾ ਰਾਜੇ ਨੂੰ ਦੱਸਦੇ ਹੀ ਨਾ ਹੋਣ। ਗੁਜਰੀ ਨੇ ਕਿਹਾ, ਤਾਂ ਹੀ ਮਾਂ ਮੈਨੂੰ ਕਿਧਰੇ ਇਕੱਲੀ ਨਹੀਂ ਜਾਣ ਦਿੰਦੀ, ਹਰ ਵੇਲੇ ਸਿਰ ਢੱਕ ਕੇ ਰੱਖਣ ਲਈ ਆਖਦੀ ਹੈ। ਸ਼ੈਰਾ ਕਹਿਣ ਲੱਗੀ, ਮੈਂ ਤੈਨੂੰ ਦੱਸਾਂ, ਤੂੰ ਮੇਰਾ ਬੁਰਕਾ ਲੈ ਲੈ। ਮੇਰੇ ਕੋਲ 2 ਨੇ, ਇੱਕ ਮੇਰੀ ਮਾਂ ਨੇ ਤੇ ਦੂਜਾ ਨਾਨੀ ਨੇ ਮੈਨੂੰ ਦਿੱਤਾ ਹੈ। ਤੂੰ ਬਾਹਰ ਜਾਂਦੀ ਬੁਰਕਾ ਪਾ ਲਿਆ ਕਰੀਂ, ਕਿਸੇ ਨੂੰ ਪਤਾ ਨਹੀਂ ਲੱਗੇਗਾ। ਸ਼ੈਰਾ ਦੇ ਜਾਣ ਪਿੱਛੋਂ ਗੁਜਰੀ ਮਾਂ ਨਾਲ ਕੰਮ ਕਰਵਾਉਂਦੀ ਹੋਈ ਸ਼ੈਰਾ ਦੀਆਂ ਗੱਲਾਂ ਬਾਰੇ ਸੋਚਦੀ ਰਹੀ। ਵੇਲੇ ਕਿਸ਼ਨੀ ਬੁੜੀ ਗੁਜਰੀ ਦੀ ਮਾਂ ਕੋਲ ਆ ਬੈਠੀ ਤੇ ਦੱਸਣ ਲੱਗੀ ਕਿ ਭਗਤੂ ਦੀ ਨੂੰਹ ਅੱਜ ਬੜੇ ਤੜਕੇ ਜਣੇਪੇ ਵੇਲੇ ਹੀ ਮਰ ਗਈ। ਦਾਈ ਤਾਂ ਚੰਗੀ ਜਾਣਕਾਰ ਸੀ, ਖਬਰੇ ਖੁਰਾਕ ਵਾਧੂ ਖਾਂਦੀ ਰਹੀ, ਜਵਾਕ ਭਾਰੀ ਹੋ ਗਿਆ। ਖਬਰੇ ਇਉਂ ਹੀ ਉਸਦਾ ਲਿਖਿਆ ਹੋਇਆ ਸੀ। ਜਵਾਕ ਦੀ ਵੀ ਇੰਨੀ ਖਿੱਚ ਧੂ ਹੋ ਗਈ ਕਿ ਉਸਨੇ ਵੀ 2-4 ਵਾਰੀ ਸਾਹ ਲਏ। ਕਚੀਲ ਮਰੀ ਐ, ਹੁਣ ਭੂਤ ਚੁੜੈਲ ਬਣੀ ਫਿਰੂਗੀ। ਵਿਚਾਰਿਆਂ ਪਹਿਲਾਂ ਹੀ ਮੁੰਡਾ ਮਸਾਂ ਵਿਆਹਿਆ ਸੀ। ਧੀ ਦੇਣ ਲੱਗੇ ਅਗਲੇ 100 ਗੱਲਾਂ ਪੁੱਛਦੇ ਨੇ।
ਦਿਹਾੜੀ ਦੱਪਾ ਕਰਕੇ ਮਸਾਂ ਡੰਗ ਟਪਾਉਂਦੇ ਨੇ। ਜਿਵੇਂ ਜਿਵੇਂ ਰੱਬ ਦਾ ਹੁਕਮ ਹੁੰਦਾ ਹੈ, ਕਿਸੇ ਦੇ ਕੀ ਇਖਤਿਆਰ ਹੈ ਅੰਮਾ, ਬਿਸ਼ਨ ਦੇਈ ਬੋਲੀ। ਇੱਕ ਤਾਂ ਘਰੋਂ ਜੀ ਗਏ ਨੇ, ਦੂਜਾ ਘਰ ਨੂੰ ਠੀਕ ਰੱਖਣ ਲਈ ਪਾਠ ਪੂਜਾ ਦੇ ਨਾਲ ਨਾਲ ਧਾਗੇ ਤਵੀਤ ਕਰਾਉਣੇ ਪੈਣਗੇ। ਫਿਰ ਵੀ ਕੀਲਣਾ ਪਊ, ਨਹੀਂ ਤਾਂ ਅਜਿਹੀਆਂ ਜਵਾਨ ਜਹਾਨ ਕਚੀਲ ਮਰੀਆਂ ਔਰਤਾਂ ਮੁੜ ਮੁੜ ਆਪਣੇ ਘਰ ਵੱਲ ਆਉਂਦੀਆਂ ਨੇ, ਘਰ ਦੇ ਜੀਆਂ ਨੂੰ ਦੁੱਖ ਦਿੰਦੀਆਂ ਨੇ, ਉਹਨਾਂ ਦੇ ਕਿਹੜਾ ਕੁਝ ਬਸ ਹੁੰਦਾ ਹੈ। ਬੁੜੀ ਬੋਲੀ। ਅੰਮਾ ਦੁੱਧ ਦੀ ਘੁੱਟ ਦਿਆਂ ਕੋਸੀ ਕੋਸੀ, ਬਿਸ਼ਨ ਦੇਈ ਨੇ ਪੁੱਛਿਆ। ਨਹੀਂ, ਮੈਂ ਹੁਣੇ ਟੁੱਕ ਦਾ ਭੋਰਾ ਖਾ ਕੇ ਆਈ ਆਂ, ਸਾਰਾ ਦਿਨ ਰੋਟੀ ਨੂੰ ਕਿਹੜਾ ਝਾਕਣ ਨੂੰ ਜੀ ਕੀਤਾ। ਬੁੜੀ ਬੋਲੀ। ਬਾਹਰਲੀ ਬੀਹੀ ਦੀ ਗੱਲ ਹੋਣ ਕਰਕੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਇਸ ਗੱਲ ਦਾ, ਬਿਸ਼ਨ ਦੇਈ ਬੋਲੀ। ਚੱਲ ਭਲਕੇ ਜਾ ਆਈ, ਅੱਜ ਤਾਂ ਕਵੇਲਾ ਹੋ ਗਿਆ ਹੈ। ਮੂਰਤ ਵਰਗੀ ਬਹੂ ਸੀ, ਨਾ ਉਸਨੇ ਚੰਗਾ ਖਾਇਆ ਨਾ ਹੰਢਾਇਆ, ਤੁਰ ਗਈ ਕੁਵੇਲੇ ਹੀ। ਮਾਪੇ ਵਿਚਾਰੇ ਕੀ ਕਰਨਗੇ, ਬਸ ਰੋ ਧੋ ਕੇ ਬੈਠ ਜਾਣਗੇ। ਚੰਗਾ, ਜੋ ਰੱਬ ਨੂੰ ਭਾਵੇ। ਚੰਗਾ, ਮੈਂ ਚੱਲਦੀ ਹਾਂ, ਕਿਸਨੀ ਨੇ ਕਿਹਾ। ਜਦੋਂ ਕਿਸਨੀ ਜਾਣ ਲੱਗੀ ਤਾਂ ਬਿਸ਼ਨ ਦੇਈ ਨੇ ਉਸਦੇ ਪੈਰੀਂ ਹੱਥ ਲਾਏ, ਅਸੀਸਾਂ ਦਿੰਦੀ ਹੋਈ। ਰੱਬ ਤੈਨੂੰ ਬਹੁਤਾ ਦੇਵੇ, ਬੁੱਢ ਸੁਹਾਗਣ ਹੋਵੇਂ। ਉਹ ਦਰਵਾਜ਼ਾ ਲੰਘ ਗਈ। ਉਸਦੇ ਜਾਣ ਮਗਰੋਂ ਬਿਸ਼ਨ ਦੇਈ ਨੂੰ ਖਿਆਲ ਆਇਆ ਕਿ ਗੁਜਰੀ ਦੇ ਸਾਹਮਣੇ ਹੀ ਅੰਮਾ ਸਾਰੀਆਂ ਗੱਲਾਂ ਕਰ ਗਈ ਸੀ। ਉਸਦਾ ਧਿਆਨ ਹੋਰ ਪਾਸੇ ਲਵਾਉਣ ਲਈ ਬਿਸ਼ਨ ਦੇਈ ਨੇ ਆਖਿਆ, ਗੁਜਰੀ, ਪੌਂਚੀਆਂ ਦਾ ਤਿਉਹਾਰ ਆਉਣ ਵਾਲਾ ਹੈ, ਮੈਂ ਤੈਨੂੰ ਰੰਗ ਬਿਰੰਗੀ ਲੋਗੜੀ ਮੰਗਵਾ ਦਊਂਗੀ। ਤੂੰ ਆਪਣੇ ਬਾਪੂ, ਤਾਏ ਤੇ ਵੀਰੇ ਲਈ ਪੌਂਚੀਆਂ ਬਣਾ ਲਵੀਂ। ਮਾਂ, ਤੂੰ ਮੈਨੂੰ ਕਿੱਥੋਂ ਲੈ ਕੇ ਆਈ ਸੀ? ਅਚਾਨਕ ਗੁਜਰੀ ਨੇ ਸਵਾਲ ਕੀਤਾ। ਮੈਂ ਤੈਨੂੰ ਗੁਰੂ ਤੋਂ ਮੰਗ ਕੇ ਲਿਆਈ ਸੀ। ਇਉਂ ਕਰ, ਗੁਰੂ ਤੋਂ ਹੁਣ ਕਾਕਾ ਮੰਗ ਕੇ ਲੈ ਆ। ਵੱਡਾ ਵੀਰ ਤਾਂ ਤਾਏ ਕੋਲ ਰਹਿਣ ਲੱਗ ਪਿਆ, ਆਪਣੇ ਕੋਲ ਵੀ ਤਾਂ ਵੀਰਾ ਚਾਹੀਦਾ ਹੈ। ਤੂੰ ਹੱਥ ਜੋੜ ਕੇ ਮਨ ਵਿੱਚ ਅਰਦਾਸ ਕਰੀਂ, ਗੁਰੂ ਆਪੇ ਦੇ ਦੇਊਗਾ, ਉਸਦੀ ਮਾਂ ਨੇ ਕਿਹਾ। ਗੁਰੂ ਨੂੰ ਕਿਵੇਂ ਪਤਾ ਲੱਗੇਗਾ ਕਿ ਸਾਨੂੰ ਵੀਰਾ ਚਾਹੀਦਾ ਹੈ? ਉਸਨੇ ਪੁੱਛਿਆ। ਗੁਰੂ ਨੂੰ ਆਪੇ ਪਤਾ ਲੱਗ ਜਾਂਦਾ ਹੈ, ਉਹ ਸਭ ਦੇ ਮਨ ਦੀਆਂ ਜਾਣਦਾ ਹੈ, ਬਿਸ਼ਨ ਦੇਈ ਨੇ ਸਮਝਾਇਆ। ਨਿੱਕੀ ਜਿਹੀ ਗੁਜਰੀ ਨੇ ਮਨ ਹੀ ਮਨ ਹੱਥ ਜੋੜ ਕੇ ਵੀਰੇ ਲਈ ਅਰਦਾਸ ਕੀਤੀ। ਧੰਨਵਾਦ ਜੀ।